हेलो एंड वेलकम टू परफाउंड साइंटिफिक नॉलेज यूट्यूब चैनल। हाँ जी स्टूडेंट्स, आज आप चैप्टर फर्स्ट मैटर इन अवर सराउंडिंग क्लास 9th जिहदा टॉपिक है अपना करैक्टरिस्टिक्स ऑफ पार्टिकल्स ऑफ मैटर, ਇਹਦੇ ਬਾਰੇ डिस्कस ਕਰਨ जा रहे हैं। हाँ जी, अपना फर्स्ट ਜਿਹੜਾ करैक्टरिस्टिक है वो की है पार्टिकल्स ऑफ मैटर हैव स्पेस प्रेजेंट बिटवीन देम। हाँ जी, ਇਹਦਾ मीनिंग की होया कि पार्टिकल्स ऑफ मैटर जो पार्टिकल्स ने मैटर ਦੇ ਉਹਨਾਂ ਦੇ ਵਿੱਚ ਕੀ ਹੁੰਦੀ ਹੈ, स्पेस प्रेजेंट ਹੁੰਦੀ है। जिवें उन्होंने आपां नूं क्या होया कि वी सा दैट पार्टिकल्स ऑफ शुगर, सॉल्ट, डेटॉल और पोटाशियम परमैंगनेट, मतलब जेडे पार्टिकल्स हुंदे ने अपने कोल शुगर दे, सॉल्ट दे, डेटॉल दे और पोटाशियम परमैंगनेट दे। पोटाशियम परमैंगनेट दा फार्मूला की हुंदा है KMnO4। ਇਹਦੇ ਜਿਹੜੇ ਪਾਰਟੀਕਲਸ ਹੁੰਦੇ ਨੇ ਇਵਨਲੀ ਡਿਸਟ੍ਰੀਬਿਊਟਡ ਹੁੰਦੇ ਨੇ, ਕਿਹਦੇ ਵਿੱਚ ਵਾਟਰ ਦੇ ਵਿੱਚ ਕੀ ਹੁੰਦੇ ਨੇ, ਡਿਸਟ੍ਰੀਬਿਊਟ ਹੋ ਜਾਂਦੇ ਨੇ। ਸਿਮਿਲਰਲੀ ਜੇ ਆਪਾਂ ਘਰੇ ਚਾਹ ਵਗੈਰਾ ਬਣਾਉਣੇ ਆ, ਜਿਵੇਂ ਵੈਨ ਵੀ ਮੇਕ ਅ ਟੀ, ਕਾਫੀ ਔਰ ਲੈਮੋਨੇਡ, ਲੈਮੋਨੇਡ ਮੀਨਸ ਨਿੰਬੂ ਪਾਣੀ ਵਗੈਰਾ ਬਣਾਉਣੇ ਆ, ਤਾਂ ਜਿਹੜੇ ਪਾਰਟੀਕਲਸ ਹੁੰਦੇ ਨੇ ਮੈਟਰ ਦੇ ਗੈਟ ਇਨਟੂ ਦ ਸਪੇਸਿਸ ਬਿਟਵੀਨ ਪਾਰਟੀਕਲਸ ਆਫ ਦ ਅਦਰ, ਤਾਂ ਇੱਕ ਦੂਜੇ ਵਿੱਚ ਇਹ ਕੀ ਹੋ ਜਾਂਦੇ ਨੇ, ਡਿਸਟ੍ਰੀਬਿਊਟ ਹੋ ਜਾਂਦੇ ਨੇ। ਕਿਉਂ ਹੁੰਦੇ ਨੇ? ਕਿਉਂਕਿ ਜੇ ਇਹਨਾਂ ਦੇ ਵਿੱਚ ਸਪੇਸ ਪ੍ਰੈਜ਼ੈਂਟ ਹੋਊਗੀ ਤਾਂ ਹੀ डिस्ट्रीब्यूट होंगे। तो ये की शो कर रहे हैं, करैक्टरिस्टिक्स फर्स्ट करैक्टर की शो कर रहे हैं, दिस शोज दैट देयर इज इनफ स्पेस प्रेजेंट बिटवीन पार्टिकल्स ऑफ मैटर। ये दस रहा आपां नूं कि जिहड़ी स्पेस प्रेजेंट हुंदी आ किहदे विच, जिहड़े मैटर दे जिहड़ा पार्टिकल है ਉਹਦੇ ਵਿੱਚ ਆਪਣੇ ਕੋਲ ਕੀ स्पेस प्रेजेंट ਹੁੰਦੀ ਆ। ਤਾਂ ਹੀ ਫਰਸਟ ਜਿਹੜਾ ਕਰੈਕਟਰਿਸਟਿਕ ਇਹ ਦੱਸਿਆ ਹੋਇਆ ਉਹਨਾਂ ਨੇ, ਪਾਰਟੀਕਲਸ ਆਫ ਮੈਟਰ ਹੈਵ स्पेस प्रेजेंट बिटवीन them। ਨੈਕਸਟ ਉਹਨਾਂ ਨੇ ਆਪਾਂ ਨੂੰ ਸੈਕੰਡ ਜਿਹੜਾ ਪੁਆਇੰਟ ਦੱਸਿਆ ਹੈ करैक्टरिस्टिक्स दा, वो की है कि पार्टिकल्स ऑफ मैटर आर कॉन्टिन्यूसली मूविंग। हाँ जी, कॉन्टिन्यूसली मूविंग दा मीनिंग की है, जिहड़े पार्टिकल्स होणगे मैटर दे ये कॉन्टिन्यूसली की करनगे, मूव करनगे। हुण कोई भी चीज जदों मूव करदी है, जिथे भी मूवमेंट दी गल आ गई उत्थे एक टर्म यूज हुंदी है काइनेटिक एनर्जी। आपां फिजिक्स विच भी इहदा फार्मूला वगैरह करदे हुंदे आ। काइनेटिक एनर्जी दा फार्मूला हुंदा 1/2 mv²। ठीक है, ਜਦੋਂ ਵੀ मतलब कोई भी चीज स्पीड ਦੇ ਨਾਲ ਕੀ ਕਰਦੀ ਹੈ, मूव, ਤਾਂ ਕਾਈਨੈਟਿਕ એનર્ਜੀ ਦੇ ਜਿਹੜੇ ਟਰਮ ਹੈ ਦਾ मीनिंग ਕੀ ਹੁੰਦਾ ਹੈ, मूवमेंट, मूव करना। ਕਾਈਨੈਟਿਕ એનર્ਜੀ ਦਾ ਫਾਰਮੂਲਾ ਹੁੰਦਾ, ਇਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਕਾਈਨੈਟਿਕ એનર્ਜੀ ਨੂੰ ਸ਼ਾਰਟ ਫਾਰਮ ਚ KE ਦੇ ਨਾਲ, ਔਰ ਇਹਦਾ ਫਾਰਮੂਲਾ ਹੁੰਦਾ 1/2 mv²। m ਕੀ ਨੂੰ ਰਿਪਰੈਜ਼ੈਂਟ ਕਰਦਾ ਹੈ, m ਰਿਪਰੈਜ਼ੈਂਟ ਕਰਦਾ ਹੈ ਮਾਸ ਨੂੰ, v ਇਜ਼ ਦ ਵੈਲੋਸਿਟੀ। ਓਕੇ, ਇਹ ਹੁੰਦਾ ਆਪਣਾ ਸੈਕੰਡ ਪੁਆਇੰਟ ਕਰੈਕਟਰਿਸਟਿਕ ਆਫ ਪਾਰਟੀਕਲਸ ਦਾ। पार्टिकल्स ऑफ मैटर आर कॉन्टिन्यूसली मूविंग। कॉन्टिन्यूसली मूविंग तां करके आपां इहदे लई टर्म यूज कीती है काइनेटिक एनर्जी। ठीक है, काइनेटिक एनर्जी दा फार्मूला जिहड़ा 1/2 mv²। थर्ड करैक्टरिस्टिक है जिहड़ा दा हैगा पार्टिकल ऑफ मैटर अट्रैक्ट ईच अदर। हाँ जी, जिहड़े पार्टिकल ऑफ मैटर है एक दूजे नूं की करदे, अट्रैक्ट करदे। मतलब ये क्यों अट्रैक्ट करनगे? जिहड़े पार्टिकल्स हुंदे ने मैटर दे एक दूजे नूं क्यों अट्रैक्ट करनगे? क्योंकि इन्हां दे विच कुछ फोर्सेस ने ਜਿਹੜੀਆਂ ਪ੍ਰੈਜ਼ੈਂਟ ਹੁੰਦੀਆਂ ਨੇ। ਕਿਹੜੀਆਂ ਫੋਰਸਸ ਪ੍ਰੈਜ਼ੈਂਟ ਹੋਣਗੀਆਂ ਇਹਨਾਂ ਦੇ ਵਿੱਚ? ਇੰਟਰ ਐਟੋਮਿਕ ਫੋਰਸਸ ਆਫ ਅਟਰੈਕਸ਼ਨ, ਉਹ ਪ੍ਰੈਜ਼ੈਂਟ ਹੁੰਦੀਆਂ ਨੇ, ਜਿਹਦੀ ਵਜ੍ਹਾ ਦੇ ਨਾਲ ਕੀ ਹੈ, ਜਿਹੜੇ ਪਾਰਟੀਕਲਸ ਨੇ ਮੈਟਰ ਦੇ ਉਹ ਕੀ ਕਰਦੇ ਨੇ, ਦੂਜੇ ਨੂੰ ਅਟਰੈਕਟ ਕਰਨਗੇ। ਥਰਡ ਪੁਆਇੰਟ। ਨੈਕਸਟ ਹੈਗਾ ਫੋਰਥ ਪੁਆਇੰਟ, ਪਾਰਟੀਕਲਸ ਆਫ ਮੈਟਰ ਆਰ ਵੈਰੀ ਟਿਨੀ ਇਨ ਸਾਈਜ਼ which can exist independently। ਜਿਹੜੇ ਪਾਰਟੀਕਲ ਆਫ ਮੈਟਰ ਹੁੰਦੇ ਨੇ ਇਹਨਾਂ ਦਾ ਬਹੁਤ ਸਮਾਲ ਸਾਈਜ਼ ਹੁੰਦਾ, ਬਹੁਤ ਛੋਟਾ ਸਾਈਜ਼ ਹੁੰਦਾ ਤੇ ਇਹ ਐਗਜ਼ਿਸਟ ਕਰਦੇ ਨੇ ਇੰਡੀਪੈਂਡੈਂਟਲੀ। ਫਿਫਥ ਪੁਆਇੰਟ ਕੀ ਆ ਜਾਂਦਾ ਹੈ ਆਪਣਾ ਕਰੈਕਟਰਿਸਟਿਕਸ ਦਾ, ਦ ਮੋਸ਼ਨ ਆਫ ਦ ਪਾਰਟੀਕਲ ਇਨਕਰੀਜ਼ਸ ਵਿਦ ਐਨ ਇਨਕਰੀਜ਼ ਇਨ ਟੈਂਪਰੇਚਰ। ਜਦੋਂ ਕੋਈ ਵੀ ਪਾਰਟੀਕਲ ਹੈ, ਜਿਵੇਂ मतलब ਉਹਦਾ ਮੋਸ਼ਨ ਹੁੰਦਾ, ਮੋਸ਼ਨ ਆਫ ਪਾਰਟੀਕਲ ਜਿਵੇਂ ਜਿਵੇਂ ਇਨਕਰੀਜ਼ ਹੋਊਗਾ, ਕਿਹਦੇ ਨਾਲ ਇਨਕਰੀਜ਼ ਹੋਊਗਾ, ਟੈਂਪਰੇਚਰ ਦੇ ਹੀ ਡਾਇਰੈਕਟਲੀ ਰਿਲੇਸ਼ਨ ਚ ਹੈ। ਡਾਇਰੈਕਟਲੀ ਰਿਲੇਸ਼ਨ, ਡਾਇਰੈਕਟਲੀ ਰਿਲੇਟਡ ਹੁੰਦੀ ਹੈ ਇੱਕ ਚੀਜ਼, ਇੱਕ ਹੁੰਦੀ ਹੈ ਇਨਵਰਸਲੀ। ਡਾਇਰੈਕਟਲੀ ਦਾ मीनिंग ਕੀ ਹੁੰਦਾ, ਜਿਵੇਂ ਹੁਣ ਮੋਸ਼ਨ ਹੈ ਜਿਹੜਾ ਪਾਰਟੀਕਲ ਦਾ ਉਹ ਕੀ ਹੋਊਗਾ, ਡਾਇਰੈਕਟਲੀ ਰਿਲੇਟਡ ਹੈ ਕਿਹਦੇ, ਟੈਂਪਰੇਚਰ ਦੇ। ਜੇ ਮੋਸ਼ਨ ਵਧੂਗਾ ਤਾਂ ਟੈਂਪਰੇਚਰ ਵੀ ਕੀ ਹੋਊਗਾ, ਇਨਕਰੀਜ਼ ਹੋਊਗਾ। मतलब ਹੁਣ ਇੱਥੇ ਇਸ ਪੁਆਇੰਟ 'ਚ ਕੀ ਦੱਸਿਆ ਹੋਇਆ ਕਿ ਜਿਹੜਾ ਮੋਸ਼ਨ ਹੁੰਦਾ ਪਾਰਟੀਕਲਸ ਦਾ ਉਹ ਇਨਕਰੀਜ਼ ਹੁੰਦਾ, ਕੀ ਇਨਕਰੀਜ਼ ਹੋਣ ਦੇ ਨਾਲ, ਟੈਂਪਰੇਚਰ। ਜਿਵੇਂ ਜਿਵੇਂ ਟੈਂਪਰੇਚਰ ਇਨਕਰੀਜ਼ ਹੋਊਗਾ। ਇਹ ਫਿਫਥ ਕਰੈਕਟਰਿਸਟਿਕ ਹੈ, the motion of the particles increases with an increase in temperature। so students ਤੁਸੀਂ ਜੇ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਰੈਕਟਰਿਸਟਿਕ ਆਫ ਪਾਰਟੀਕਲਸ ਆਫ ਮੈਟਰ ਬਾਰੇ, ਤੁਸੀਂ ਕਰੈਕਟਰਿਸਟਿਕ ਲਿਖਣੇ ਆ ਉਹਦੇ, ਤਾਂ ਤੁਸੀਂ ਇਹ 5 ਪੁਆਇੰਟਸ ਨੇ ਜਿਹੜੇ ਸਫੀਸ਼ੀਐਂਟ ਨੇ ਇਹ ਰਾਈਟ ਕਰ ਸਕਦੇ ਹੋ। ਸੋਲਿਡਸ ਕੀ ਹੁੰਦੇ ਨੇ, ਬੜੇ ਹਾਰਡ ਹੁੰਦੇ ਨੇ। ਰਿਜਿਡ ਦਾ मीनिंग ਕੀ ਹੁੰਦਾ, ਹਾਰਡ, ਬਹੁਤ ਸਖਤ ਹੁੰਦੇ ਨੇ ਸੋਲਿਡਸ। ਇਹਨਾਂ ਦੀ ਕੀ ਹੁੰਦੀ ਹੈ, ਇੱਕ ਡੈਫੀਨਿਟ ਸ਼ੇਪ ਐਂਡ ਵੋਲਿਊਮ। ਦੇ ਹੈਵ ਡੈਫੀਨਿਟ ਸ਼ੇਪ ਔਰ ਵੋਲਿਊਮ।
ਜਿਵੇਂ ਆਪਾਂ ਆਈਸ ਦੀ ਐਗਜ਼ਾਮਪਲ ਲੈ ਲੈਂਦੇ ਆ। ਆਈਸ ਹੈ ਜਿਹੜੀ, ਜੇ ਆਪਾਂ ਉਹਨੂੰ ਕਿਸੇ ਵੀ ਕੰਟੇਨਰ 'ਚ ਜਿਵੇਂ ਆਈਸ ਜੰਮਦੀ ਹੈ ਤਾਂ ਉਹਦੀ ਸ਼ੇਪ ਉਵੇਂ ਦੀ ਐਕਵਾਇਰ ਕਰ ਲੈਂਦੀ ਆ। ਜੇ ਉਹ ਰਾਉਂਡ, ਕਿਸੇ ਵੀ ਆਪਾਂ ਰਾਉਂਡ ਕੰਟੇਨਰ 'ਚ ਉਹਨੂੰ ਆਈਸ ਜਿਹੜੀ ਹੁੰਦੀ ਹੈ ਜੰਮਦੀ ਹੈ ਤਾਂ ਰਾਉਂਡ ਸ਼ੇਪ ਐਕਵਾਇਰ ਕਰ ਲੈਂਦੀ ਹੈ। ਜੇ ਸਕੁਆਇਰ ਵਾਲੇ 'ਚ ਹੋਊਗੀ ਤਾਂ ਸਕੁਆਇਰ, ਐਵੇਂ ਕਿਊਬਸ ਦੀ ਫਾਰਮ 'ਚ ਤਾਂ ਉਵੇਂ ਦੀ ਸ਼ੇਪ ਐਕਵਾਇਰ ਕਰ ਲੈਂਦੀ ਹੈ। ਸਕੁਆਇਰ ਸ਼ੇਪ, ਰਾਉਂਡ ਸ਼ੇਪ, ਅਲੱਗ-ਅਲੱਗ ਸ਼ੇਪਸ ਨੇ ਜਿਹੜੀਆਂ, ਜਿਵੇਂ ਦਾ ਕੰਟੇਨਰ ਹੋਊਗਾ ਉਹਨੇ ਉਵੇਂ ਦੀ ਸ਼ੇਪ, ਇੱਕ ਡੈਫੀਨੇਟ ਸ਼ੇਪ ਕੀ ਕਰ ਲੈਣੀ ਆ, ਐਕਵਾਇਰ। ਉਹਦਾ ਡੈਫੀਨੇਟ ਕੀ ਹੁੰਦਾ, ਵੋਲਿਊਮ। ਨੈਕਸਟ ਉਹਨਾਂ ਨੇ ਕਿਹਾ ਸੋਲਿਡ ਪਾਰਟੀਕਲਸ ਹੈਵ ਲੋ ਕਾਈਨੈਟਿਕ એનર્ਜੀ। ਹਾਂਜੀ, ਕਾਈਨੈਟਿਕ એનર્ਜੀ ਦਾ ਮੈਂ ਮੀਨਿੰਗ ਪਹਿਲਾਂ ਹੀ ਦੱਸਿਆ। ਕਾਈਨੈਟਿਕ ਦਾ ਮੀਨਿੰਗ ਕੀ ਹੁੰਦਾ, ਮੂਵਮੈਂਟ, ਪਾਰਟੀਕਲਸ ਦੀ ਮੂਵਮੈਂਟ। ਉਹਦੇ ਲਈ ਕਿਹੜੀ એનર્ਜੀ ਰਿਸਪੌਂਸਿਬਲ ਹੁੰਦੀ ਆ, ਕਾਈਨੈਟਿਕ એનર્ਜੀ। ਪਰ ਜਿਹੜੇ ਸੋਲਿਡਸ ਨੇ, ਸੋਲਿਡਸ ਦੀ ਜਿਹੜੀ ਕਾਈਨੈਟਿਕ એનર્ਜੀ ਹੈ ਕੀ ਹੁੰਦੀ ਆ, ਬਹੁਤ ਲੋ ਹੁੰਦੀ ਆ। ਕਿਉਂ ਲੋ ਹੁੰਦੀ ਆ, ਕਿਉਂਕਿ ਜਿਹੜੇ ਸੋਲਿਡਸ ਦੇ ਪਾਰਟੀਕਲਸ ਨੇ ਜਾਂ ਆਪਾਂ ਮੋਲੀਕਿਊਲਸ ਦੀ ਗੱਲ ਕਰਦੇ ਆ, ਬੜੇ ਟਾਈਟਲੀ ਹੈਲਡ ਹੁੰਦੇ ਨੇ, ਕਲੋਜ਼ਲੀ ਇੱਕ ਦੂਜੇ ਨਾਲ ਕੀ ਹੁੰਦੇ ਨੇ, ਜੁੜੇ ਹੁੰਦੇ ਨੇ, ਟਾਈਟਲੀ ਪੈਕਡ ਹੁੰਦੇ ਨੇ, ਜਿਹਦੀ ਵਜ੍ਹਾ ਦੇ ਨਾਲ ਜਿਹੜੀ ਸੋਲਿਡਸ ਦੀ ਕਾਈਨੈਟਿਕ એનર્ਜੀ ਆ ਇਹ ਕੀ ਹੁੰਦੀ ਆ, ਲੋ। ਮਤਲਬ ਜਿਹੜੇ ਪਾਰਟੀਕਲਸ ਨੇ ਫ੍ਰੀਲੀ ਮੂਵ ਨਹੀਂ ਕਰ ਪਾਉਂਦੇ, ਤਾਂ ਕਰਕੇ ਜਿਹੜੀ ਇਹਦੀ ਲੋ ਕਾਈਨੈਟਿਕ એનર્ਜੀ ਹੁੰਦੀ ਹੈ। ਕਿਹਨਾਂ ਦੀ, ਸੋਲਿਡਸ ਦੀ। ਪਾਰਟੀਕਲਸ ਫ੍ਰੀਲੀ ਮੂਵ ਨਹੀਂ ਕਰਨਗੇ ਕਿਉਂਕਿ ਉਹ ਟਾਈਟਲੀ ਇੱਕ ਦੂਜੇ ਨਾਲ ਕੀ ਹੁੰਦੇ ਨੇ, ਜੁੜੇ ਹੋਏ ਹੁੰਦੇ ਨੇ, ਟਾਈਟਲੀ ਕਲੋਜ਼ਲੀ ਪੈਕਡ ਹੁੰਦੇ ਨੇ। ਨੈਕਸਟ ਪੁਆਇੰਟ ਹੈ ਦੇ ਹੈਵ ਅ ਸਟਰੋਂਗ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ। ਹਾਂਜੀ, ਇਸ ਪੁਆਇੰਟ ਦਾ ਕੀ ਮੀਨਿੰਗ ਹੈ ਕਿ ਜਿਹੜਾ ਸੋਲਿਡ ਹੈ ਇਹਦੇ ਵਿੱਚ ਜਿਹੜੀਆਂ ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਨੇ, ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਨੇ, ਬਹੁਤ ਜ਼ਿਆਦਾ ਸਟਰੋਂਗ ਹੁੰਦੀਆਂ ਨੇ। ਕਿਵੇਂ ਸਟਰੋਂਗ ਹੋਣਗੀਆਂ, ਆਪਾਂ ਨੀਚੇ ਡਾਇਗਰਾਮ ਤੋਂ ਕਲੀਅਰ ਕਰ ਲੈਂਦੇ ਹਾਂ। ਇਹ ਵਾਲਾ ਪੁਆਇੰਟ ਹੈ ਜਿਹੜਾ, ਉਸ ਤੋਂ ਪਹਿਲਾਂ ਤੁਸੀਂ ਇਹਦੀ ਐਗਜ਼ਾਮਪਲਸ ਦੇਖ ਲਓ। ਸੋਲਿਡ ਦੇ ਕੇਸ ਵਿੱਚ ਐਗਜ਼ਾਮਪਲ ਕਿਹੜੀ ਆ ਸਕਦੀ, ਜਿਵੇਂ ਆਪਾਂ ਆਈਸ ਦੀ ਐਗਜ਼ਾਮਪਲ ਲੈ ਲੈਂਦੇ ਆ। ਨੈਕਸਟ ਵੁੱਡ ਦੀ, ਤੁਹਾਡੇ ਬੈਂਚ, ਆਪਣੇ ਮੇਜ਼ ਵਗੈਰਾ ਜੋ, ਇਹਦੀ ਐਗਜ਼ਾਮਪਲ ਲੈ ਸਕਦੇ ਆ। ਬੋਰਡ ਦੀ, ਜਿਹੜਾ ਤੁਹਾਡਾ ਬੋਰਡ ਹੈ ਇਹ ਵੀ ਸੋਲਿਡ ਦੀ ਐਗਜ਼ਾਮਪਲ ਆ ਸਕਦੀ ਹੈ। ਟੇਬਲ ਵਗੈਰਾ ਹੋ ਗਿਆ, ਇਹ ਸਾਰੀਆਂ ਐਗਜ਼ਾਮਪਲ ਕਾਹਦੀਆਂ ਆ ਜਾਂਦੀਆਂ ਨੇ, ਆਪਣੀਆਂ ਸੋਲਿਡ ਦੇ ਕੇਸ ਵਿੱਚ ਐਗਜ਼ਾਮਪਲ ਆ ਜਾਂਦੀ ਹੈ। ਨੈਕਸਟ ਜਿਹੜਾ ਨੀਚੇ ਦਾ ਡਾਇਗਰਾਮ ਦਿੱਤਾ ਹੋਇਆ, ਇੱਥੋਂ ਕਲੀਅਰ ਹੋਊਗਾ ਕਿ ਜਿਹੜੀ ਇਹਦੀ ਸਟਰੋਂਗ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਨੇ। ਕਿਵੇਂ, ਆ ਦੇਖੋ ਸਾਰੇ ਜਣੇ ਮੋਲੀਕਿਊਲ ਆ ਜਿਹੜੇ ਕੀ ਨੇ, ਟਾਈਟਲੀ ਹੈਲਡ ਨੇ। ਮਤਲਬ ਇਹਦੇ ਮੋਲੀਕਿਊਲਸ ਦੇ ਵਿੱਚ ਕੀ ਹੈ, ਕੋਈ ਵੀ ਸਪੇਸ ਪ੍ਰੈਜ਼ੈਂਟ ਨਹੀਂ ਹੈਗੀ। ਮੋਲੀਕਿਊਲਸ ਆਰ ਟਾਈਟਲੀ ਔਰ ਕਲੋਜ਼ਲੀ ਪੈਕਡ। ਇਹਨਾਂ ਮੋਲੀਕਿਊਲਸ ਦੇ ਵਿੱਚ ਕੋਈ ਵੀ ਸਪੇਸ ਹੈ ਜਿਹੜੀ ਪ੍ਰੈਜ਼ੈਂਟ ਨਹੀਂ। ਮੋਲੀਕਿਊਲਸ ਇੱਕ ਦੂਜੇ ਨਾਲ ਬਹੁਤ ਟਾਈਟਲੀ ਕੀ ਨੇ, ਜੁੜੇ ਹੋਏ ਨੇ। ਇਹ ਤਾਂ ਆਪਣਾ ਸੋਲਿਡ ਦੇ ਕੇਸ ਵਿੱਚ ਹੋ ਗਿਆ। ਨੈਕਸਟ ਆਪਣਾ ਕੀ ਆ ਜਾਂਦਾ ਹੈ, ਲਿਕੁਇਡ। ਨੈਕਸਟ ਪੁਆਇੰਟ, ਜਿਹੜੀ ਨੈਕਸਟ ਸਟੇਟ ਆਫ ਮੈਟਰ ਹੈਗੀ ਲਿਕੁਇਡ। ਲਿਕੁਇਡ ਦਾ ਇਹਦੇ ਆਪੋਜ਼ਿਟ ਹੋਊਗਾ। ਫਰਸਟ ਪੁਆਇੰਟ ਇਹ ਚ ਕੀ ਸੀ ਕਿ ਜਿਹੜਾ ਸੋਲਿਡ ਹੈ ਇਹਦੇ ਵਿੱਚ ਕੀ ਹੁੰਦਾ ਹੈ, ਰਿਜਿਡ ਹੁੰਦਾ, ਹਾਰਡ ਹੁੰਦਾ। ਬਟ ਲਿਕੁਇਡ ਹੈ ਜਿਹੜਾ ਉਹ ਕੋਈ ਰਿਜਿਡ ਨਹੀਂ ਹੋਊਗਾ, ਮਤਲਬ ਉਹਦੇ ਵਿੱਚ ਕੋਈ ਉਹ ਹਾਰਡ, ਕੋਈ ਸਖਤ ਨਹੀਂ ਹੁੰਦਾ ਲਿਕੁਇਡ ਹੈ ਜਿਹੜਾ। ਨੈਕਸਟ ਪੁਆਇੰਟ, ਸੋਲਿਡ ਦੇ ਕੇਸ ਵਿੱਚ ਇਹਦੀ ਡੈਫੀਨਿਟ ਸ਼ੇਪ ਸੀ ਤੇ ਵੋਲਿਊਮ ਸੀ, ਬਟ ਲਿਕੁਇਡ ਦੇ ਕੇਸ ਵਿੱਚ ਉਹਦੀ ਡੈਫੀਨਿਟ ਵੋਲਿਊਮ ਹੈ ਜਿਹੜਾ ਉਹ ਤਾਂ ਹੁੰਦਾ ਹੈ ਪਰ ਡੈਫੀਨਿਟ ਸ਼ੇਪ ਨਹੀਂ ਹੁੰਦੀ। ਲਿਕੁਇਡ ਦਾ ਇੱਕ ਡੈਫੀਨਿਟ ਵੋਲਿਊਮ ਹੋਊਗਾ ਬਟ ਡੈਫੀਨਿਟ ਸ਼ੇਪ ਨਹੀਂ ਹੁੰਦੀ। ਨੈਕਸਟ ਥਰਡ ਪੁਆਇੰਟ ਇਹਦੇ ਵਿੱਚ ਕੀ ਸੀ ਕਿ ਇਹਦੀ ਲੋ ਕਾਈਨੈਟਿਕ એનર્ਜੀ ਸੀ, ਪਰ ਲਿਕੁਇਡ ਦੇ ਕੇਸ ਵਿੱਚ ਕੀ ਹੋ, ਇੰਟਰਮੀਡੀਏਟ ਕਾਈਨੈਟਿਕ એનર્ਜੀ ਹੋ। ਮੀਨਸ ਉਹਦੇ ਜਿਹੜੇ ਪਾਰਟੀਕਲਸ ਨੇ ਥੋੜੇ ਬਹੁਤੇ, ਉਹਨਾਂ ਵਿੱਚ ਕੀ ਹੁੰਦੀ ਹੈ, ਸਪੇਸ ਪ੍ਰੈਜ਼ੈਂਟ ਹੁੰਦੀ ਹੈ, ਜਿਹੜੇ ਫ੍ਰੀਲੀ ਮੂਵ ਥੋੜੇ ਬਹੁਤੇ ਕਰ ਪਾਉਣਗੇ। ਠੀਕ ਹੈ ਨਾ। ਤੇ ਨੈਕਸਟ ਉਹਦੇ ਵਿੱਚ ਉਹਨਾਂ ਨੇ ਕਿਹਾ ਆਪਣੇ ਕੋਲ ਵੀ ਜਿਹੜਾ ਇਹ ਲਿਕੁਇਡ ਹੁੰਦਾ ਇਹਦੇ ਵਿੱਚ ਵੀਕ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ ਹੁੰਦੀਆਂ ਨੇ। ਵੀਕ ਕਿਵੇਂ ਹੋਣਗੀਆਂ ਉਹ ਵੀ ਡਾਇਗਰਾਮ ਤੋਂ ਕਲੀਅਰ ਕਰ ਲੈਂਦੇ ਆ। ਐਗਜ਼ਾਮਪਲ ਕਿਹੜੀ ਆ ਸਕਦੀ ਹੈ ਲਿਕੁਇਡ ਦੇ ਕੇਸ ਵਿੱਚ, ਵਾਟਰ, ਜੂਸ, ਆਇਲ ਵਗੈਰਾ, ਇਹ ਸਾਰੀਆਂ ਐਟਸੈਟਰਾ ਇਹਦੀਆਂ ਐਗਜ਼ਾਮਪਲਸ ਆ ਜਾਂਦੀਆਂ ਨੇ। ਨੈਕਸਟ ਦੇਖੋ ਇਹਦੇ ਵਿੱਚ ਜਿਹੜਾ ਡਾਇਗਰਾਮ ਹੈ, ਇਹ ਜਿਹੜੇ ਪਾਰਟੀਕਲਸ ਨੇ ਉਹਨਾਂ ਦੇ ਵਿੱਚ ਸਪੇਸ ਪ੍ਰੈਜ਼ੈਂਟ ਹੁੰਦੀ ਹੈ, ਬਟ ਆਹ ਵਾਲੀ ਕੇਸ 'ਚ ਕੀ ਸੀ, ਬਿਲਕੁਲ ਟਾਈਟਲੀ ਹੈਲਡ ਸੀ, ਮੋਲੀਕਿਊਲਸ ਇੱਕ ਦੂਜੇ ਦੇ ਨਾਲ ਜੁੜੇ ਹੋਏ ਸੀ। ਇਹਨਾਂ ਦੇ ਵਿੱਚ ਸਪੇਸਿਸ ਨੇ ਜਿਹੜੀਆਂ ਹੈਗੀ ਹੈ, ਸਪੇਸ ਪ੍ਰੈਜ਼ੈਂਟ ਹੈ, ਤਾਂ ਪਾਰਟੀਕਲਸ ਹੈਵ ਸਪੇਸ ਪ੍ਰੈਜ਼ੈਂਟ ਬਿਟਵੀਨ them। ਕਿਹੜੇ ਕੇਸ 'ਚ, ਲਿਕੁਇਡ ਦੇ ਕੇਸ 'ਚ। ਸੋਲਿਡ ਦੇ ਲਿਕੁਇਡ ਬਾਰੇ ਡਿਸਕਸ ਹੋ ਗਿਆ। ਨੈਕਸਟ ਆਪਣਾ ਆ ਜਾਂਦਾ ਗੈਸੀਅਸ ਸਟੇਟ। ਗੈਸ ਸਟੇਟ ਦੇ ਵਿੱਚ ਕੀ ਹੋਊਗਾ, ਗੈਸਸ ਆਰ ਆਲਸੋ ਨਾਟ ਰਿਜਿਡ ਹਾਰਡ। ਜਿਹੜੇ ਗੈਸਸ ਨੇ ਇਹ ਵੀ ਰਿਜਿਡ ਨਹੀਂ ਹੋਣਗੀਆਂ, ਨਾ ਇਹ ਮਤਲਬ ਹਾਰਡ ਔਰ ਰਿਜਿਡ ਇਜ਼ ਦ ਸੇਮ ਥਿੰਗ। ਨਾਈਦਰ ਡੈਫੀਨਿਟ ਸ਼ੇਪ ਨॉर ਡੈਫੀਨਿਟ ਵੋਲਿਊਮ। ਇਹਦੀ ਕੋਈ ਡੈਫੀਨਿਟ ਸ਼ੇਪ ਨਹੀਂ ਹੁੰਦੀ ਗੈਸਸ ਦੀ, ਨਾ ਇਹਦਾ ਡੈਫੀਨਿਟ ਵੋਲਿਊਮ ਹੁੰਦਾ। ਦੇ ਪੋਜ਼ੈਸ ਵੈਰੀ ਹਾਈ ਕਾਈਨੈਟਿਕ એનર્ਜੀ। ਹਾਂਜੀ, ਹੁਣ ਗੈਸਸ ਦੇ ਕੇਸ ਵਿੱਚ ਉਹਨਾਂ ਨੇ ਕੀ ਕਿਹਾ ਕਿ ਇਹ ਕੀ ਪੋਜ਼ੈਸ ਕਰਦੀਆਂ ਨੇ, ਹਾਈ ਕਾਈਨੈਟਿਕ એનર્ਜੀ। ਲਿਕੁਇਡ ਦੇ ਵਿੱਚ ਉਹਨਾਂ ਨੇ ਕਿਹਾ ਸੀ ਇੰਟਰਮੀਡੀਏਟ। ਇੰਟਰਮੀਡੀਏਟ ਮੀਨਸ ਬਿਟਵੀਨ, ਨਾ ਜ਼ਿਆਦਾ ਨਾ ਘੱਟ। ਇਹਦੇ ਵਿੱਚ ਮੋਲੀਕਿਊਲਸ ਨੇ ਜਿਹੜੇ ਥੋੜੇ ਥੋੜੇ ਕੀ ਹੈ, ਇੱਕ ਦੂਜੇ ਤੋਂ ਕੀ ਹੈ, ਦੂਰ ਪਏ ਹੈ, ਬਟ ਇਸ ਕੇਸ ਵਿੱਚ ਬਹੁਤ ਜ਼ਿਆਦਾ ਦੂਰ ਹੈ। ਤਾਂ ਇਹਦੇ ਵਿੱਚ ਕੀ ਹੋਊਗਾ, ਗੈਸ ਫਾਰਮ ਦੇ ਵਿੱਚ ਕੀ ਹੋਊਗਾ ਕਿ ਜਿਹੜੀ ਕਾਈਨੈਟਿਕ એનર્ਜੀ ਹੈ ਇਹ ਬਹੁਤ ਜ਼ਿਆਦਾ ਹਾਈ ਹੋਊਗੀ।
क्यों हाई होगी? क्योंकि ਇਹਦੇ ਜਿਹੜੇ ਪਾਰਟੀਕਲਸ ਨੇ ਕਾਫੀ ਦੂਰ ਹੋਣ ਕਰਕੇ ਉਹ ਕੀ ਕਰਨਗੇ, ਇਹਦੇ ਪਾਰਟੀਕਲਸ ਫ੍ਰੀਲੀ ਮੂਵ ਕਰਦੇ ਨੇ, ਫ੍ਰੀਲੀ ਮੂਵ ਕਰ ਪਾਉਣਗੇ। ਇਟ ਮੀਨਸ ਉਹਦੀ ਕਾਈਨੈਟਿਕ એનર્ਜੀ ਕੀ ਹੋ, ਜ਼ਿਆਦਾ ਹੋ। ਜਿਹੜੀ ਚੀਜ਼ ਦਾ ਮੋਸ਼ਨ ਹੋਊਗਾ, ਜਿੰਨੀ ਸਪੀਡ ਜ਼ਿਆਦਾ ਹੋ ਉਨੀ ਕਾਈਨੈਟਿਕ એનર્ਜੀ ਵੀ ਕੀ ਹੋਗੀ, ਜ਼ਿਆਦਾ। ਨੈਕਸਟ ਪੁਆਇੰਟ 'ਚ ਉਹਨਾਂ ਨੇ ਕਿਹਾ ਦੇ ਹੈਵ ਵੈਰੀ ਵੀਕ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ। ਜਿਹੜੀ ਗੈਸ ਸਟੇਟ ਹੈ ਇਹਦੇ ਵਿੱਚ ਕੀ ਹੋਊਗਾ ਕਿ ਜਿਹੜੀ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ ਨੇ ਉਹ ਕੀ ਹੋਣਗੀਆਂ, ਬਹੁਤ ਜ਼ਿਆਦਾ ਵੀਕ ਹੋਣਗੀਆਂ। ਵੀਕ ਕਿਉਂ ਹੋਣਗੀਆਂ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ? ਇਹ ਡਾਇਗਰਾਮ ਤੋਂ ਕਲੀਅਰ ਹੋ ਰਿਹਾ ਹੈ। ਫॉर एग्जाम्पल ऑक्सीजन, एग्जाम्पल गैस फॉर्म ਦੇ ਵਿੱਚ ਕਿਹੜੀ ਆ ਸਕਦੀ ਹੈ ਆਪਣੇ ਕੋਲ? ਆਕਸੀਜਨ, ਨਾਈਟ੍ਰੋਜਨ, ਕਾਰਬਨ ਡਾਈਆਕਸਾਈਡ, ਮੈਨੀ ਗੈसेस ਐਟਸੈਟਰਾ। ਨੀਚੇ ਵਾਲੇ ਡਾਇਗਰਾਮ 'ਚ ਕਲੀਅਰ ਹੋ ਰਿਹਾ ਹੈ ਕਿ ਜਿਹੜੇ ਪਾਰਟੀਕਲਸ ਨੇ ਕੋਈ ਆ ਕਾਰਨਰ ਤੇ ਪਿਆ, ਕੋਈ ਦੂਜੇ ਕਾਰਨਰ ਤੇ, ਇੱਧਰ ਮਤਲਬ ਸਾਈਡ ਤੇ ਕੀ ਹੈ, ਕਾਰਨਰਸ ਦੇ ਕੀ ਹੈ, ਇਹਦੇ ਗੈਸ ਦੇ ਕੀ ਹੈ, ਪਾਰਟੀਕਲਸ ਨੇ ਜਿਹੜੇ ਪ੍ਰੈਜ਼ੈਂਟ ਨੇ। ਤਾਂ ਇਹਦੇ ਵਿੱਚ ਉਹਨਾਂ ਨੇ ਕਿਹਾ ਸਪੇਸ ਪ੍ਰੈਜ਼ੈਂਟ ਬਿਟਵੀਨ ਗੈਸ ਪਾਰਟੀਕਲਸ ਇਜ਼ ਦ ਗ੍ਰੇਟੈਸਟ। ਲਾਸਟ ਪੁਆਇੰਟ ਇਹਦੇ ਵਿੱਚ ਜਿਹੜਾ ਡਾਇਗਰਾਮ ਹੈ ਕਿ ਬਹੁਤ ਜ਼ਿਆਦਾ ਗ੍ਰੇਟੈਸਟ ਸਪੇਸ ਜਿਹੜੀ ਪ੍ਰੈਜ਼ੈਂਟ ਹੁੰਦੀ ਹੈ ਕਿਹਦੇ ਵਿੱਚ ਹੁੰਦੀ ਹੈ, ਉਹ ਗੈਸ ਸਟੇਟ ਦੇ ਵਿੱਚ। ਤਾਂ ਇਹ ਸੀਗਾ ਆਪਣਾ ਡਿਫਰੈਂਸ ਬਿਟਵੀਨ ਸੋਲਿਡ, ਲਿਕੁਇਡ ਐਂਡ ਗੈਸ। ਵੈਰੀ ਇੰਪੋਰਟੈਂਟ ਹੈ। 3 ਸਟੇਟਸ ਆਫ ਮੈਟਰ ਨੇ, ਸੋਲਿਡ, ਲਿਕੁਇਡ ਐਂਡ ਗੈਸ। ਜਿਹਦੇ ਤੇ ਤੁਹਾਨੂੰ ਕੁਐਸਚਨ ਆ ਸਕਦਾ ਹੈ ਡਿਫਰੈਂਸ ਬਿਟਵੀਨ ਸੋਲਿਡ, ਲਿਕੁਇਡ ਐਂਡ ਗੈਸ, ਤਾਂ ਤੁਸੀਂ ਈਜ਼ੀਲੀ ਕਰ ਪਾਓਗੇ। 6 ਪੁਆਇੰਟਸ ਨੇ, ਇਹ ਤੁਸੀਂ ਮੈਂਸ਼ਨ ਕਰ ਸਕਦੇ ਹੋ। ਹਾਂਜੀ, ਇਹ ਸੀ ਅੱਜ ਦਾ ਆਪਣਾ ਟੌਪਿਕ, characteristics of particle of matter and states of matter। ਹਾਂਜੀ ਸਟੂਡੈਂਟਸ, ਜੇ ਹੁਣ ਤੱਕ ਤੁਸੀਂ ਮੇਰਾ ਚੈਨਲ ਹੈ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਵੀਡੀਓ ਨੂੰ ਲਾਈਕ ਕਰਿਓ ਐਂਡ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਿਓ ਔਰ ਨੋਟੀਫਿਕੇਸ਼ਨ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਸਟੱਡੀ ਨਾਲ ਰਿਲੇਟਡ ਕੋਈ ਵੀ ਵੀਡੀਓ ਮੈਂ ਅਪਲੋਡ ਕਰਾਂ ਤਾਂ ਤੁਰੰਤ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਨੂੰ ਦੇਖ ਸਕੋ। ਸੋ ਸਟੂਡੈਂਟਸ, ਨੈਕਸਟ ਵੀਡੀਓਜ਼ ਨੂੰ ਜ਼ਰੂਰ ਦੇਖਿਓ ਇਸ ਚੈਪਟਰ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ। ਥੈਂਕਸ ਫॉर ਵਾਚਿੰਗ।